ਭਾਰਤੀ ਕਾਵਿ ਸ਼ਾਸਤਰ ਦੇ ਮੂਲ ਸੰਕਲਪ। ਭੂਮਿਕਾ। ਪਿਆਰੇ ਵਿਦਿਆਰਥੀ, ਭਾਰਤੀ ਕਾਵਿ ਸ਼ਾਸਤਰ ਨਾਲ ਸੰਬੰਧਿਤ ਸੰਕਲਪਾਂ ਰਾਹੀਂ ਤੁਹਾਨੂੰ ਭਾਰਤੀ ਪਰੰਪਰਾ ਰਾਹੀਂ ਸਾਹਿਤ ਨੂੰ ਸਮਝਣ ਦੀ ਵਿਧੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਰਤੀ ਕਾਵਿ ਸ਼ਾਸਤਰ ਦਾ ਬੁਨਿਆਦੀ ਅਰਥ ਭਾਰਤੀ ਸਾਹਿਤ ਸਿਧਾਂਤ ਹੀ ਹੈ, ਕਿਉਂਕਿ ਪੁਰਾਤਨ ਸਮੇਂ ਦੇ ਵਿੱਚ ਕਾਵਿ ਦਾ ਭਾਵ ਕੇਵਲ ਕਵਿਤਾ ਦੇ ਅਰਥਾਂ ਤੱਕ ਸੀਮਿਤ ਨਹੀਂ ਸੀ, ਸਗੋਂ ਇਸ ਦੀ ਵਰਤੋਂ ਸਮੁੱਚੇ ਸਾਹਿਤ ਦੇ ਲਈ ਕੀਤੀ ਜਾਂਦੀ ਸੀ। ਪ੍ਰਸ਼ਨ 1, ਭਾਰਤੀ ਕਾਵਿ ਸ਼ਾਸਤਰ ਦੇ ਮੁੱਖ ਸਿਧਾਂਤ ਕਿਹੜੇ ਹਨ? ਭਾਰਤੀ ਵਿਦਵਾਨਾਂ ਨੇ ਸਾਹਿਤ ਨੂੰ ਸਮਝਣ ਦੇ ਲਈ 6 ਮੁੱਖ ਸਿਧਾਂਤ ਪੇਸ਼ ਕੀਤੇ ਹਨ, ਜੋ ਇਸ ਪ੍ਰਕਾਰ ਹਨ: ਰਸ ਸਿਧਾਂਤ, ਧੁਨੀ ਸਿਧਾਂਤ, ਅਲੰਕਾਰ ਸਿਧਾਂਤ, ਰੀਤੀ ਸਿਧਾਂਤ, ਵਕੋਕਤੀ ਸਿਧਾਂਤ, ਵਰਕੋਕਤੀ ਸਿਧਾਂਤ, ਔਚਿਤਯ ਸਿਧਾਂਤ। ਇਹਨਾਂ ਸਾਰੇ ਸਿਧਾਂਤਾਂ ਦੇ ਵਿੱਚ ਇਹ ਤੱਥ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਾਵਿ ਜਾਂ ਸਾਹਿਤ ਕਿਸ ਨੂੰ ਕਿਹਾ ਜਾਂਦਾ ਹੈ, ਉਹ ਅਰਥ ਕਿਸ ਤਰ੍ਹਾਂ ਪੇਸ਼ ਕਰਦਾ ਹੈ, ਉਸ ਦਾ ਸੁਹਜ ਆਧਾਰ ਕੀ ਹੈ, ਸਾਹਿਤ ਦੇ ਆਨੰਦ ਰਸ ਕਿਸ ਤਰ੍ਹਾਂ ਉਪਜਦਾ ਹੈ। ਇਹ ਸਾਰੇ ਸਿਧਾਂਤ ਆਪਣੀ ਆਪਣੀ ਥਾਂ ਤੇ ਆਪਣਾ ਆਪਣਾ ਮਹੱਤਵ ਰੱਖਦੇ ਹਨ। ਹਰ ਸਿਧਾਂਤਕਾਰ ਨੇ ਕਿਹਾ ਹੈ ਕਿ ਉਸ ਦਾ ਆਪਣਾ ਸਿਧਾਂਤ ਹੀ ਸਾਹਿਤ ਕਾਵਿ ਨੂੰ ਸਮਝਣ ਲਈ ਉੱਤਮ ਹੈ, ਭਾਵ ਕਾਵਿ ਦੀ ਆਤਮਾ ਹੈ। ਪ੍ਰਸ਼ਨ 2, ਭਾਰਤੀ ਕਾਵਿ ਸ਼ਾਸਤਰ ਦੇ ਮੂਲ ਸੰਕਲਪ ਕਿਹੜੇ ਹਨ? ਭਾਰਤੀ ਕਾਵਿ ਸ਼ਾਸਤਰ ਦੇ ਮੂਲ ਸੰਕਲਪ ਵਿੱਚੋਂ ਕੁਝ ਤੁਹਾਡੇ ਸਿਲੇਬਸ ਦਾ ਅੰਗ ਹਨ, ਜੋ ਇਸ ਪ੍ਰਕਾਰ ਹਨ: ਅਭਿਧਾ, ਲਕਸ਼ਣਾ, ਵਿਅੰਜਨਾ, ਰੂਪਕ, ਰੂਪਮਾ, ਔਚਿਤਯ, ਵਕ੍ਰੋਕਤੀ, ਸਧਾਰਨੀਕਰਨ, ਰਸ ਅਤੇ ਅਲੰਕਾਰ। ਨੈਕਸਟ, ਇਹਨਾਂ ਸਾਰੇ ਸਿਧਾਂਤਾਂ ਸੰਬੰਧੀ ਸੰਖੇਪ ਰੂਪ ਵਿੱਚ ਚਰਚਾ ਕੀਤੀ ਗਈ ਹੈ। ਆਸ ਹੈ ਤੁਹਾਡੇ ਲਈ ਲਾਹੇਵੰਦ ਸਿੱਧ ਹੋਵੇਗੀ। ਅਭਿਧਾ ਤੋਂ ਕੀ ਭਾਵ ਹੈ? ਭਾਰਤੀ ਕਾਵਿ ਸ਼ਾਸਤਰ ਵਿੱਚ ਸ਼ਬਦ ਸ਼ਕਤੀਆਂ ਦੀ ਗੱਲ ਕੀਤੀ ਜਾਂਦੀ ਹੈ। ਸ਼ਬਦ ਦੇ ਪਹਿਲੇ ਪ੍ਰਭਾਵ ਜਾਂ ਸ਼ਬਦ ਦੇ ਕੋਸ਼ਗਤ ਅਰਥਾਂ ਨੂੰ ਪੇਸ਼ ਕਰਨ ਵਾਲੇ ਵਰਤਾਰੇ ਨੂੰ ਅਭਿਧਾ ਕਿਹਾ ਜਾਂਦਾ ਹੈ। ਇਹ ਅਜਿਹੀ ਸ਼ਬਦ ਸ਼ਕਤੀ ਹੈ ਜਿਸ ਰਾਹੀਂ ਅਰਥ ਦਾ ਸ਼ਬਦ ਅਤੇ ਸ਼ਬਦ ਦਾ ਅਰਥ ਵਿੱਚ ਸਹੀ ਸੰਬੰਧ ਪੇਸ਼ ਕੀਤਾ ਜਾਵੇ। ਅਭਿਧਾ ਵਿੱਚ ਸੰਕੇਤਿਕ ਅਰਥ ਦਿੱਤਾ ਜਾਂਦਾ ਹੈ। ਸੰਕੇਤਿਕ ਅਰਥ ਦੇ ਭਾਵ ਨੂੰ ਸਮਝਣਾ ਜ਼ਰੂਰੀ ਹੈ। ਇਸ ਦਾ ਅਰਥ ਜਿਸ ਵੱਲ ਸ਼ਬਦ ਸੰਕੇਤ ਕਰੇ। ਗੁਲਾਬ ਦਾ ਫੁੱਲ, ਇਸ ਸ਼ਬਦ ਦੇ ਲਿਖਣ ਨਾਲ ਸਾਡੇ ਮਨ ਵਿੱਚ ਕਿਆਰੀ ਵਿੱਚ ਪੌਦੇ ਤੇ ਲੱਗੇ ਇੱਕ ਰੰਗਦਾਰ ਖੂਬਸੂਰਤ ਫੁੱਲ ਵੱਲ ਇਸ਼ਾਰਾ ਮਿਲਦਾ ਹੈ। ਜੋ ਗੁਲਾਬ ਦਾ ਫੁੱਲ ਕਹਿਣ ਤੇ ਇੱਕ ਵਿਅਕਤੀ ਦੇ ਅਰਥ ਰੂਪ ਦੇ ਵਿੱਚ ਸਮਝ ਆਇਆ ਹੈ। ਇਸ ਦੇ ਕਾਰਨ ਹੀ ਸ਼ਬਦ ਅਤੇ ਅਰਥ ਦੇ ਅਜਿਹੇ ਵਿਲੱਖਣ ਸੰਬੰਧ ਨੂੰ ਪੇਸ਼ ਕਰਨ ਵਾਲੀ ਸ਼ਕਤੀ ਹੈ ਜੋ ਅਰਥ ਦਾ ਗਿਆਨ ਕਰਵਾਉਂਦੀ ਹੈ। ਇਸ ਨੂੰ ਸੰਕੇਤ ਵੀ ਕਹਿੰਦੇ ਹਨ। ਜਿਸ ਤਰ੍ਹਾਂ ਫੁੱਲ ਦਾ ਨਾਂ ਲੈਣਾ ਇੱਕ ਵਿਸ਼ੇਸ਼ ਵਸਤੂ ਵੱਲ ਸੰਕੇਤ ਵੀ ਹੈ, ਇਸੇ ਲਈ ਇਸ ਨੂੰ ਸੰਕੇਤ ਸ਼ਕਤੀ ਵੀ ਕਿਹਾ ਜਾਂਦਾ ਹੈ। ਪਰੰਤੂ ਇਹ ਸੰਕੇਤ ਅਜਿਹਾ ਹੁੰਦਾ ਹੈ ਜਿਸ ਨੂੰ ਸਾਰੇ ਵਿਅਕਤੀਆਂ ਨੇ ਮੰਨਿਆ ਹੁੰਦਾ ਹੈ। ਗੁਲਾਬ ਦਾ ਫੁੱਲ ਕਹਿਣ ਤੇ ਅਜਿਹੇ ਵਸਤੂ ਵੱਲ ਸੰਕੇਤ ਹੋਵੇਗਾ। ਅਭਿਧਾ ਸ਼ਕਤੀ ਨੂੰ 3 ਕਿਸਮਾਂ ਦੇ ਵਿੱਚ ਵੰਡਿਆ ਜਾਂਦਾ ਹੈ: ਰੂੜੀ, ਦੂਜਾ ਯੋਗ, ਤੀਜਾ ਯੋਗ ਰੂੜੀ। ਰੂੜੀ ਸ਼ਬਦ ਉਹ ਹਨ ਜੋ ਸਮੁੱਚੇ ਰੂਪ ਵਿੱਚ ਅਰਥ ਪੇਸ਼ ਕਰਨ। ਅਜਿਹੇ ਸ਼ਬਦਾਂ ਨੂੰ ਰੂੜੀ ਅਭਿਧਾ ਕਿਹਾ ਜਾਂਦਾ ਹੈ। ਰੂੜੀ ਸ਼ਬਦ ਉਹ ਹਨ ਜੋ ਸਮੁੱਚੇ ਰੂਪ ਵਿੱਚ ਅਰਥ ਪੇਸ਼ ਕਰਨ। ਅਜਿਹੇ ਸ਼ਬਦਾਂ ਨੂੰ ਰੂੜੀ ਅਭਿਧਾ ਕਿਹਾ ਜਾਂਦਾ ਹੈ। ਜਿਵੇਂ ਅੱਖ, ਨੱਕ, ਕੰਨ, ਕੁੱਤਾ ਆਦਿ ਸ਼ਬਦਾਂ ਦਾ ਆਪੋ ਆਪਣਾ ਅਰਥ ਹੈ। ਇਕੱਠੇ ਰੂਪ ਵਿੱਚ ਹੀ ਇਹਨਾਂ ਸ਼ਬਦਾਂ ਦਾ ਅਰਥ ਹੈ। ਅਲੱਗ-ਅਲੱਗ ਕਰਕੇ ਇਹ ਅਰਥ ਵਿਹੀਨ ਹੋ ਜਾਂਦਾ ਹੈ। ਆ ਦੇਖੋ, ਆੜੇ ਤੇ ਅੱਧਕ ਅ ਪਲੱਸ ਖ ਸ਼ਬਦ ਵਿੱਚ ਇਕੱਲੇ ਅ ਅਤੇ ਖ ਦਾ ਕੋਈ ਅਰਥ ਨਹੀਂ। ਇਹਨਾਂ ਦਾ ਸਮੁੱਚੇ ਰੂਪ ਦੇ ਵਿੱਚ ਹੀ ਕੋਈ ਅਰਥ ਹੈ, ਮਤਲਬ ਕਿ ਜਿਹਨੂੰ ਅਸੀਂ ਅੱਖ ਕਹਿੰਦੇ ਹਾਂ। ਯੋਗ ਤੋਂ ਭਾਵ ਅਜਿਹੇ ਸ਼ਬਦਾਂ ਦਾ ਅਰਥ ਹੈ ਜੋ ਅੰਗ ਵੰਡ ਕਰਕੇ ਵੀ ਅਰਥ ਪ੍ਰਾਪਤ ਹੋ ਜਾਂਦਾ ਹੈ। ਹਲ ਪਲੱਸ ਵਾਹ ਸ਼ਬਦ ਦਾ ਕੀ ਮਤਲਬ ਹੈ? ਹਲਵਾ ਦਾ ਨਿਖੇੜ ਹੈ। ਇਸ ਵਿੱਚ ਹਲ ਦੇ ਆਪਣੇ ਅਰਥ ਹਨ ਅਤੇ ਵਾਹ ਦੇ ਆਪਣੇ ਅਰਥ ਹਨ।
ਯੋਗ ਰੂੜੀ ਤੋਂ ਭਾਵ ਜਿੱਥੇ ਇੱਕ ਅਰਥ ਪ੍ਰਾਪਤ ਕਰਨ ਲਈ ਯੋਗ ਸ਼ਕਤੀ ਦੇ ਸਮੂਹ ਸ਼ਕਤੀ ਦੀ ਜ਼ਰੂਰਤ ਹੋਵੇ। ਜਿੱਥੇ ਸ਼ਬਦ ਪੰਕਜ ਦੀ ਮਿਸਾਲ ਦਿੱਤੀ ਜਾਂਦੀ ਹੈ, ਪੰਕਜ ਦੇ ਕੋਮਲ ਦੇ ਅਰਥ ਦੇ ਵਿੱਚ ਪ੍ਰਚਲਿਤ ਹੋਣਾ ਇੱਕ ਰੂੜੀ ਹੈ। ਇਸ ਨੂੰ ਕੋਮਲ ਦੇ ਅਰਥਾਂ ਦੇ ਵਿੱਚ ਵੀ ਲਿਆ ਜਾਂਦਾ ਹੈ। ਅਬਦਾ ਅਜਿਹੀ ਸ਼ਕਤੀ ਹੈ, ਕਿਸੇ ਵੀ ਗਿਆਨ ਵਿਗਿਆਨ ਨੂੰ ਸਮਝਣ ਦੇ ਲਈ ਸਭ ਤੋਂ ਪਹਿਲਾਂ ਆਰੰਭ ਅਬਦਾ ਸ਼ਕਤੀ ਤੋਂ ਹੀ ਕਰਨਾ ਪੈਂਦਾ ਹੈ। ਨੈਕਸਟ 2.2 ਲਕਸ਼ਣਾ ਤੋਂ ਕੀ ਭਾਵ ਹੈ? ਅਬਦਾ ਸ਼ਬਦ ਸ਼ਕਤੀ ਤੋਂ ਅੱਗੇ ਦੂਸਰੀ ਸ਼ਬਦ ਸ਼ਕਤੀ ਨੂੰ ਲਕਸ਼ਣਾ ਸ਼ਕਤੀ ਕਹਿੰਦੇ ਹਨ। ਲਕਸ਼ਣਾ ਤੋਂ ਭਾਵ ਸ਼ਬਦ ਦੀ ਉਸ ਸ਼ਕਤੀ ਤੋਂ ਹੈ ਜਿਸ ਰਾਹੀਂ ਕਿਸੇ ਹੋਰ ਅਰਥ ਦਾ ਗਿਆਨ ਹੁੰਦਾ ਹੈ। ਜਿਵੇਂ ਕਿਸੇ ਨੂੰ ਦੂਸਰਾ ਵਿਅਕਤੀ ਸੂਰ ਆਖਦਾ ਹੈ ਤਾਂ ਜੋ ਸੂਰ ਕਹੇ ਤੋਂ ਮਨ ਵਿੱਚ ਭਾਵ ਜਾਗਦੇ ਹਨ। ਉਹ ਇੱਕ ਪਸ਼ੂ ਹੋਣ ਸੰਬੰਧੀ ਜਾਣਕਾਰੀ ਪ੍ਰਦਾਨ ਕਰਦੇ ਹਨ। ਪਰੰਤੂ ਜਦੋਂ ਵਿਅਕਤੀ ਉਸਦੇ ਸਧਾਰਨ ਅਰਥਾਂ ਤੋਂ ਅੱਗੇ ਜਾ ਕੇ ਉਸਦੇ ਗੁਣਾਂ ਦੋਸ਼ਾਂ ਜਾਂ ਕਿਸੇ ਵਿਅਕਤੀ ਨਾਲ ਮੇਲ ਕਰਦਾ ਹੈ ਤਾਂ ਉਸ ਵਿੱਚ ਪਈ ਘ੍ਰਿਣਿਤ ਭਾਵਨਾ ਦੂਸਰੇ ਲਈ ਪੈਦਾ ਹੁੰਦੀ ਹੈ। ਅਜਿਹੀ ਕਿਸਮ ਵਿੱਚ ਸਧਾਰਨ ਅਰਥ ਤੋਂ ਅੱਗੇ ਪਏ ਅਰਥਾਂ ਨੂੰ ਸਮਝਣ ਦੀ ਸ਼ਕਤੀ ਨੂੰ ਲਕਸ਼ਣਾ ਸ਼ਬਦ ਸ਼ਕਤੀ ਆਖਿਆ ਜਾਂਦਾ ਹੈ। ਪ੍ਰਸਿੱਧ ਸੰਸਕ੍ਰਿਤ ਵਿਦਵਾਨ ਮੰਮਟ ਨੇ ਇਸ ਨੂੰ ਪਰਿਭਾਸ਼ਿਤ ਕਰਦੇ ਹੋਏ ਕਿਹਾ ਹੈ, ਮੁੱਖ ਅਰਥ ਦੇ ਰੁਕਣ ਤੇ ਰੀਤ ਜਾਂ ਕਿਸੇ ਹੋਰ ਮਨੋਰਥ ਨੂੰ ਲੈ ਕੇ ਜੇ ਸ਼ਕਤੀ ਦੇ ਦੁਆਰਾ ਮੁੱਖ ਅਰਥ ਨਾਲ ਸੰਬੰਧ ਰੱਖਣ ਵਾਲਾ ਕੋਈ ਹੋਰ ਅਰਥ ਗਿਆਤ ਹੁੰਦਾ ਹੋਵੇ, ਉੱਥੇ ਲਕਸ਼ਣਾ ਸ਼ਕਤੀ ਹੁੰਦੀ ਹੈ। ਲਕਸ਼ਣਾ ਸ਼ਬਦ ਸ਼ਕਤੀ ਦੀ ਜ਼ਰੂਰਤ ਇਸ ਲਈ ਪੈਂਦੀ ਹੈ ਕਿ ਕਈ ਵਾਰ ਸਧਾਰਨ ਰੂਪ ਵਿੱਚ ਸ਼ਬਦ ਆਪਣੇ ਵਾਚਕ ਅਰਥਾਂ ਰਾਹੀਂ ਭਾਵ ਸਪਸ਼ਟ ਨਹੀਂ ਕਰ ਸਕਦਾ। ਉੱਥੇ ਸਧਾਰਨ ਤੋਂ ਅੱਗੇ ਜਾਣਾ ਪੈਂਦਾ ਹੈ। ਜਿਵੇਂ ਕਿਸੇ ਨੇਤਰਹੀਣ ਵਿਅਕਤੀ ਦੇ ਲਈ ਸੂਰਮਾ ਸਿੰਘ ਸ਼ਬਦ ਵਰਤਿਆ ਜਾਂਦਾ ਹੈ। ਸਧਾਰਨ ਅਰਥਾਂ ਦੇ ਵਿੱਚ ਸੂਰਮਾ ਬਹਾਦਰ ਵਿਅਕਤੀ ਨੂੰ ਆਖਦੇ ਹਨ, ਪਰੰਤੂ ਜਦੋਂ ਅਸੀਂ ਸਧਾਰਨ ਅਰਥ ਤੋਂ ਅੱਗੇ ਜਾਂਦੇ ਹਾਂ, ਇਸ ਸ਼ਬਦ ਦਾ ਪ੍ਰਯੋਗ ਨੇਤਰਹੀਣ ਵਿਅਕਤੀ ਲਈ ਕੀਤਾ ਜਾਂਦਾ ਹੈ ਤਾਂ ਸ਼ਬਦ ਦੀ ਅਜਿਹੀ ਅਰਥ ਵਿਧੀ ਨਾਲ ਬੋਧ ਕਰਵਾਉਣ ਵਾਲੀ ਸ਼ਕਤੀ ਨੂੰ ਲਕਸ਼ਣਾ ਸ਼ਬਦ ਸ਼ਕਤੀ ਆਖਿਆ ਜਾਂਦਾ ਹੈ। ਲਕਸ਼ਣਾ ਸ਼ਬਦ ਸ਼ਕਤੀ ਦੇ ਮੁੱਖ ਅਰਥ ਤੋਂ ਅੱਗੇ ਜਾਣ ਦੀ ਇਸ ਵਿਧੀ ਕਾਰਨ ਹੀ ਇਸ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ, ਕਿਉਂਕਿ ਕਿਤੇ ਅਰਥ ਦਾ ਪੂਰਾ ਤਿਆਗ ਹੁੰਦਾ ਹੈ ਅਤੇ ਕਿਤੇ ਕਿਤੇ ਪੂਰਾ ਤਿਆਗ ਨਹੀਂ ਹੁੰਦਾ। ਇਸ ਦੇ ਪ੍ਰਮੁੱਖ ਗੁਣ ਇਸ ਤਰ੍ਹਾਂ ਹਨ। ਨੰਬਰ 1, ਸ਼ਬਦ ਦਾ ਮੁੱਖ ਅਰਥ ਤੋਂ ਹਟ ਕੇ ਦੂਜੇ ਅਰਥਾਂ ਵੱਲ ਜਾਣਾ। ਦੂਜਾ, ਮੁੱਖ ਅਰਥ ਦੀ ਲੱਖਣੀ ਅਰਥ ਨਾਲ ਸਮਾਨਤਾ ਤੇ ਸੰਬੰਧ ਸਥਾਪਿਤ ਕਰਨਾ। ਮੁੱਖ ਅਰਥ ਦਾ ਲੱਖਣੀ ਅਰਥ ਦੇ ਨਾਲ ਸਮਾਨਤਾ ਤੇ ਸੰਬੰਧ ਸਥਾਪਿਤ ਕਰਨਾ। ਅਗਲਾ ਪ੍ਰਸ਼ਨ ਹੈ, ਵਿਅੰਜਨਾ ਕਿਸ ਨੂੰ ਕਹਿੰਦੇ ਹਨ? ਅਬਦਾ ਵਿੱਚ ਅਰਥ ਦਾ ਸਧਾਰਨ ਭਾਵ ਦਰਸਾਇਆ ਜਾਂਦਾ ਹੈ। ਲੱਖਣਾ ਵਿੱਚ ਸਧਾਰਨ ਭਾਵ ਤੋਂ ਅੱਗੇ ਜਾ ਕੇ ਕਿਸੇ ਹੋਰ ਸਮਾਨਾਂਤਰ ਅਰਥ ਸੰਚਾਰ ਦੀ ਗੁੰਜਾਇਸ਼ ਬਣਦੀ ਹੈ ਅਤੇ ਵਿਅੰਜਨਾ ਵਿੱਚ ਪਹਿਲੇ ਦੋਵੇਂ ਅਰਥਾਂ ਨੂੰ ਤਿਆਗ ਕੇ ਕਿਸੇ ਹੋਰ ਨਵੇਂ ਅਰਥ ਵੱਲ ਸੰਕੇਤ ਕੀਤਾ ਜਾਂਦਾ ਹੈ। ਜਿਵੇਂ ਹਰੀ ਮੰਦਰ ਤੋਂ ਸਧਾਰਨ ਭਾਵ ਹਰੀ ਦਾ ਮੰਦਰ ਹੈ। ਦੂਸਰੇ ਸ਼ਬਦਾਂ ਦੇ ਵਿੱਚ ਉਸ ਦਾ ਖਾਸ ਸਥਾਨ ਭਾਵ ਅੰਮ੍ਰਿਤਸਰ ਦੇ ਨਾਲ ਮੇਚ ਕੇ ਅਰਥ ਕੱਢਿਆ ਜਾਂਦਾ ਹੈ ਤਾਂ ਤੀਸਰੇ ਵਿਅੰਜਨ ਅਰਥਾਂ ਵਿੱਚ ਉਸ ਦੇ ਨਾਲ ਜੁੜੀ ਸ਼ਰਧਾ ਹੈ ਅਤੇ ਮਨੁੱਖੀ ਮਨ ਵਿੱਚ ਪਏ ਹੋਏ ਉਸ ਸੰਬੰਧੀ ਪਵਿੱਤਰ ਭਾਵਾਂ ਦੀ ਗੱਲ ਕੀਤੀ ਜਾਂਦੀ ਹੈ। ਅਜਿਹੇ ਸੁਝਾਊ ਅਰਥਾਂ ਨੂੰ ਪ੍ਰਗਟ ਕਰਨ ਵਾਲੀ ਸ਼ਬਦ ਸ਼ਕਤੀ ਨੂੰ ਹੀ ਵਿਅੰਜਨਾ ਸ਼ਬਦ ਸ਼ਕਤੀ ਆਖਿਆ ਜਾਂਦਾ ਹੈ। ਪ੍ਰਸਿੱਧ ਸੰਸਕ੍ਰਿਤ ਵਿਦਵਾਨ ਵਿਸ਼ਵਨਾਥ ਨੇ ਆਪਣੇ ਗ੍ਰੰਥ ਸਾਹਿਤਯ ਦਰਪਣ ਵਿੱਚ ਇਸ ਦੀ ਪਰਿਭਾਸ਼ਾ ਇਸ ਪ੍ਰਕਾਰ ਕੀਤੀ ਹੈ, ਜਿਸ ਥਾਂ ਅਬਿਦਾ ਅਤੇ ਲੱਖਣਾ ਆਪੋ ਆਪਣਾ ਕੰਮ ਕਰਕੇ ਸ਼ਾਂਤ ਹੋ ਜਾਣ, ਉਪਰੰਤ ਕਿਸੇ ਨਾ ਕਿਸੇ ਢੰਗ ਨਾਲ ਹੋਰ ਅਰਥ ਦੀ ਪ੍ਰਤੀਤੀ ਹੋਵੇ, ਉੱਥੇ ਵਿਅੰਜਨਾ ਸ਼ਕਤੀ ਹੀ ਹੁੰਦੀ ਹੈ। ਵਿਅੰਜਨਾ ਸ਼ਬਦ ਸ਼ਕਤੀ ਲਈ ਇਹ ਮਾਪ ਜ਼ਰੂਰੀ ਨਹੀਂ ਕਿ ਪਹਿਲਾਂ ਅਬਦਾ ਫਿਰ ਲਕਸ਼ਣਾ ਅਤੇ ਸਭ ਤੋਂ ਆਖਰ ਦੇ ਵਿੱਚ ਵਿਅੰਜਨਾ ਆਪਣੀ ਕਾਰਜ ਕਰੇਗੀ। ਕਈ ਵਾਰ ਅਬਦਾ ਤੋਂ ਬਾਅਦ ਵੀ ਵਿਅੰਜਨਾ ਦਾ ਖੇਤਰ ਆ ਸਕਦਾ ਹੈ। ਅਬਦਾ ਸ਼ਕਤੀ ਦਾ ਸੰਪੂਰਨ ਆਧਾਰ ਸ਼ਬਦ ਹੀ ਹਨ। ਜਦੋਂ ਵਿਅੰਜਨਾ ਦੇ ਵਿੱਚ ਸ਼ਬਦ ਅਤੇ ਅਰਥ ਦੋਵੇਂ ਕਾਰਜਸ਼ੀਲ ਹੁੰਦੇ ਹਨ, ਜਿਵੇਂ ਤੀਲੀ ਲੌਂਗ ਦਾ ਮੁਕੱਦਮਾ ਭਾਰੀ ਠਾਣੇਦਾਰਾ ਸੋਚ ਕੇ ਕਰੀ, ਜਾਂ ਕੁੰਡ ਕੱਢ ਲੈ ਪੱਤਣ ਤੇ ਖੜੀਏ ਪਾਣੀਆਂ ਨੂੰ ਅੱਗ ਲੱਗ ਜਾਊ। ਵਿਅੰਜਨਾ ਸ਼ਬਦ ਸ਼ਕਤੀ ਵਿੱਚ ਸਧਾਰਨ ਅਰਥ ਬਹੁਤ ਪਿੱਛੇ ਰਹਿ ਜਾਂਦਾ ਹੈ
ਤੀਲੀ ਲੌਂਗ ਦੇ ਮੁਕੱਦਮੇ ਵਿੱਚ ਪਿੱਛੇ ਕਿਹੜੇ ਸੱਭਿਆਚਾਰਕ ਮੁੱਲ ਕੰਮ ਕਰਦੇ ਹਨ, ਜਾਂ ਖੂਬਸੂਰਤੀ ਦੀ ਪਾਣੀਆਂ ਨੂੰ ਅੱਗ ਲਾਉਣ ਵਾਲੇ ਅਰਥਾਂ ਦਾ ਸੰਚਾਰ ਵਿਅੰਜਨਾ ਸ਼ਕਤੀ ਰਾਹੀਂ ਹੀ ਹੋ ਸਕਦਾ ਹੈ। ਵਿਅੰਜਨਾ ਸ਼ਕਤੀ ਤੋਂ ਪ੍ਰਾਪਤ ਅਰਥਾਂ ਨੂੰ ਸਮਝਣ ਅਤੇ ਪੇਸ਼ ਕਰਨ ਲਈ ਤੀਖਣ ਬੁੱਧੀ, ਕਲਪਨਾ, ਰਿਸਕ ਹਿਰਦਾ ਹੋਣਾ ਜ਼ਰੂਰੀ ਹੈ, ਨਹੀਂ ਤਾਂ ਵਿਅਕਤੀ ਦਿਸਦੇ ਅੱਖਰਾਂ ਦੇ ਸਪਸ਼ਟ ਤਾਣੇ ਬਾਣੇ ਵਿੱਚ ਹੀ ਉਲਝ ਕੇ ਰਹਿ ਜਾਂਦਾ ਹੈ। ਨੈਕਸਟ ਪ੍ਰਸ਼ਨ ਹੈ, ਰੂਪਕ ਤੋਂ ਕੀ ਭਾਵ ਹੈ? ਰੂਪਕ ਦੇ ਸਧਾਰਨ ਅਰਥ ਹਨ ਕਿਸੇ ਹੋਰ ਜਿਹਾ ਰੂਪ ਧਾਰਨ ਵਾਲਾ। ਰੂਪਕ ਇੱਕ ਅਲੰਕਾਰ ਹੈ ਜਿਸ ਵਿੱਚ ਦੋ ਵਰਤਾਰਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਪਹਿਲਾ ਜਿਸ ਚੀਜ਼ ਦੀ ਤੁਲਨਾ ਕਰਨੀ ਹੋਵੇ, ਦੂਸਰਾ ਜਿਸ ਵਰਤਾਰੇ ਦੇ ਨਾਲ ਤੁਲਨਾ ਕਰਨੀ ਹੋਵੇ। ਇਹਨਾਂ ਨੂੰ ਆਲੋਚਨਾ ਦੀ ਭਾਸ਼ਾ ਵਿੱਚ ਉਪਮਾਨ ਅਤੇ ਉਪਮੇਯ ਆਖਿਆ ਜਾਂਦਾ ਹੈ। ਇਸ ਨੂੰ ਪਰਿਭਾਸ਼ਿਤ ਕਰਦੇ ਹੋਏ ਪ੍ਰਸਿੱਧ ਵਿਦਵਾਨ ਮੰਮਟ ਇਸ ਪ੍ਰਕਾਰ ਲਿਖਦੇ ਹਨ, ਉਪਮੇਯ ਅਤੇ ਉਪਮਾਨ ਦੀ ਆਪੋ ਵਿਚਲੀ ਅਭੇਦਤਾ, ਇਕਮਿਕਤਾ ਨੂੰ ਰੂਪਕ ਅਲੰਕਾਰ ਆਖਿਆ ਜਾਂਦਾ ਹੈ। ਰੂਪਕ ਅਲੰਕਾਰ ਨੂੰ ਮੁੱਖ ਰੂਪ ਵਿੱਚ ਦੋ ਹਿੱਸਿਆਂ ਦੇ ਵਿੱਚ ਪੇਸ਼ ਹੋਇਆ ਦੇਖਿਆ ਜਾ ਸਕਦਾ ਹੈ। ਪਹਿਲਾ ਤਦ ਰੂਪ ਅਤੇ ਦੂਜਾ ਅਭੇਦ ਰੂਪ। ਤਦ ਰੂਪ ਤੋਂ ਭਾਵ ਹੈ ਜਿਸ ਵਿੱਚ ਤੁਲਨਾ ਕੀਤੀ ਜਾਣ ਵਾਲੀ ਵਸਤੂ ਅਤੇ ਤੁਲਨਾਈ ਜਾਣ ਵਾਲੀ ਵਸਤ ਵਿੱਚ ਕੋਈ ਅੰਤਰ ਨਾ ਹੋਵੇ, ਪਰੰਤੂ ਫਿਰ ਵੀ ਵੱਖ-ਵੱਖ ਜ਼ਾਹਰ ਹੋਣ। ਜਿਵੇਂ ਭਾਬੀ ਮੇਰੀ ਗੁੱਤ ਨਾ ਕਰੀ, ਮੈਨੂੰ ਡਰ ਸੱਪਣੀ ਦਾ ਆਵੇ। ਇਸ ਵਿੱਚ ਗੁੱਤ ਅਲੱਗ ਹੈ ਅਤੇ ਸੱਪਣੀ ਅਲੱਗ ਹੈ, ਪਰੰਤੂ ਰੂਪਕ ਤੌਰ ਤੇ ਦੋਵੇਂ ਇੱਕੋ ਕਾਰਜ ਕਰਦੀਆਂ ਹਨ। ਅਭੇਦ ਰੂਪ ਵਿੱਚ ਤੁਲਨਾ ਕੀਤੀ ਜਾਣ ਵਾਲੀ, ਤੁਲਨਾਈ ਜਾਣ ਵਾਲੀ ਵਸਤ ਦਾ ਅੰਤਰ ਬਿਲਕੁਲ ਵੀ ਨਹੀਂ ਰਹਿੰਦਾ, ਇੱਕਮਿਕ ਹੋ ਜਾਂਦਾ ਹੈ, ਅਲੱਗ ਨਹੀਂ ਕੀਤਾ ਜਾ ਸਕਦਾ, ਦੋਵਾਂ ਦੀ ਅਭੇਦਤਾ ਹੋ ਜਾਂਦੀ ਹੈ। ਜੇਕਰ ਮੁੱਖ ਗੁਲਾਬ ਚੋਂ ਆਵੇ ਨਾ ਮਹਿਕਾਰ, ਸੁੱਟੋ ਇਸ ਨੂੰ ਖੂਹ ਵਿੱਚ, ਹੈ ਇਸ ਨੂੰ ਧਿਕਾਰ। ਇੱਥੇ ਗੁਲਾਬ ਅਤੇ ਮੁੱਖ ਲਈ ਨਿਖੇੜਾ ਕਰਨ ਵਾਲਾ ਕੋਈ ਵਰਤਾਰਾ ਨਹੀਂ ਹੈ। ਨੈਕਸਟ ਪ੍ਰਸ਼ਨ ਹੈ, ਉਪਮਾ ਦਾ ਸਾਹਿਤ ਵਿੱਚ ਕੀ ਸਥਾਨ ਹੈ? ਉਪਮਾ ਅਰਥ ਅਲੰਕਾਰ ਹੈ ਜਿਸ ਵਿੱਚ ਉਪਮਾਉਣ ਯੋਗ ਵਸਤੂ ਉਪਮੇਯ ਅਤੇ ਉਪਮਾਈ ਜਾਣ ਵਾਲੀ ਵਸਤੂ ਉਪਮਾਨ ਹੁੰਦੀ ਹੈ। ਉਪਮੇਯ ਅਤੇ ਉਪਮਾਨ ਦੀ ਕਿਸੇ ਖਾਸ ਕਾਰਨ ਸਮਾਨਤਾ ਦਰਸਾਈ ਜਾਂਦੀ ਹੈ। ਸ਼ਬਦ ਉਪਮਾ ਦਾ ਅਰਥ ਹੀ ਸਮਾਨਤਾ, ਤੁਲਨਾ ਜਾਂ ਸਮਤਾ ਆਖਿਆ ਜਾ ਸਕਦਾ ਹੈ। ਉਪਮਾ ਅਲੰਕਾਰ ਵਿੱਚ ਚਾਰ ਪ੍ਰਮੁੱਖ ਤੱਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਪਹਿਲਾ ਉਪਮੇਯ, ਜਿਸ ਵਸਤੂ ਦੀ ਉਪਮਾ ਕੀਤੀ ਜਾਂਦੀ ਹੈ। ਦੂਜਾ ਉਪਮਾਨ, ਜਿਸ ਵਸਤੂ ਨਾਲ ਉਪਮਾ ਕੀਤੀ ਜਾਵੇ। ਤੀਜਾ ਧਰਮ, ਦੋਹਾਂ ਵਸਤੂਆਂ ਦਾ ਕੋਈ ਸਾਂਝਾ ਗੁਣ ਜ਼ਰੂਰੀ ਹੋਵੇ। ਚੌਥਾ ਵਾਚਕ, ਜਿਸ ਦੁਆਰਾ ਇਹ ਸਮਾਨਤਾ ਪ੍ਰਗਟਾਈ ਜਾਵੇ। ਇਸ ਨੂੰ ਇਸ ਪ੍ਰਕਾਰ ਸਪਸ਼ਟ ਕੀਤਾ ਜਾ ਸਕਦਾ ਹੈ, ਰਾਤ ਕੁੜੀ ਦੀ ਝੋਲੀ ਪਾਓ, ਚਿੱਟਾ ਚੰਨ ਗਰੀ ਦਾ ਖੋਪਾ, ਨਾਲ ਸਿਤਾਰੇ ਮੁੱਠ ਛੁਹਾਰੇ। ਇਸ ਕਾਵਿ-ਬੰਧ ਵਿੱਚ ਚੰਨ ਉਪਮੇਯ ਹੈ, ਖੋਪਾ ਉਪਮਾਨ ਹੈ ਤੇ ਚਿੱਟਾ ਦੋਹਾਂ ਦਾ ਸਾਂਝਾ ਧਰਮ ਹੈ। ਚਿੱਟਾ ਦੋਹਾਂ ਦਾ ਸਾਂਝਾ ਧਰਮ ਹੈ। ਨੈਕਸਟ ਪ੍ਰਸ਼ਨ ਹੈ, ਔਚਿਤਯ ਤੋਂ ਕੀ ਭਾਵ ਹੈ? ਔਚਿਤਯ ਦਾ ਅਰਥ ਹੈ ਕਿਸੇ ਵਸਤੂ ਨੂੰ ਸਥਿਤੀ, ਦ੍ਰਿਸ਼, ਵਿਚਾਰ ਜਾਂ ਭਾਵਾਂ ਦੇ ਆਧਾਰ ਤੇ ਉਚਿਤ ਸਰੂਪ ਪ੍ਰਦਾਨ ਕੀਤਾ ਜਾਵੇ। ਇਹ ਭਾਰਤੀ ਕਾਵਿ ਸ਼ਾਸਤਰ ਦੀ ਪ੍ਰਮੁੱਖ ਸੰਪਰਦਾ ਜਾਂ ਧਾਰਾ ਹੈ, ਜਿਸ ਨੂੰ ਆਚਾਰੀਆ ਵਿਦਵਾਨ ਕਸ਼ੇਮੇਂਦਰ ਨੇ ਆਪਣੇ ਗ੍ਰੰਥ ਔਚਿਤਯ ਵਿਚਾਰ ਚਰਚਾ ਰਾਹੀਂ ਸਵਿਸਤਾਰ ਪੇਸ਼ ਕੀਤਾ ਸੀ। ਔਚਿਤਯ ਵਿੱਚ ਦਰਸਾਇਆ ਗਿਆ ਹੈ ਕਿ ਕਿਸੇ ਖੁਸ਼ੀ ਦੇ ਰਾਗ ਵਿੱਚ ਗਮੀ ਦਾ ਪ੍ਰਵੇਸ਼, ਸੁੰਦਰ ਸ਼ਬਦ ਚੋਣ ਵਿੱਚ ਅੱਖੜ ਦਾ ਸ਼ਬਦ ਜਾਂ ਕਿਸੇ ਵਿਚਾਰ ਵਿੱਚ ਵਿਰੋਧੀ ਖਿਆਲ ਦੀ ਪੇਸ਼ਕਾਰੀ ਨੂੰ ਅਨੁਚਿਤ ਕਰਾਰ ਦਿੱਤਾ ਜਾਂਦਾ ਹੈ। ਔਚਿਤਯ ਵਿੱਚ ਇਸ ਤੱਥ ਨੂੰ ਹੀ ਵਿਸਥਾਰ ਪੂਰਵਕ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮਹਾਨ ਸਾਹਿਤ ਦੀ ਸਿਰਜਣਾ ਕਰਨ ਸਮੇਂ ਸਾਹਿਤਕਾਰ ਲਈ ਉਚਿਤਤਾ ਦਾ ਸੰਪੂਰਨ ਗਿਆਨ ਬਹੁਤ ਜ਼ਰੂਰੀ ਹੈ, ਕਿਉਂਕਿ ਜੇਕਰ ਕਾਵਿ ਦੀ ਸਿਰਜਣਾ ਕਰਨੀ ਹੈ ਤਾਂ ਜ਼ਰੂਰੀ ਹੈ ਕਿ ਕਾਵਿ ਦੇ ਸਾਰੇ ਤੱਤਾਂ ਦਾ ਖਿਆਲ ਰੱਖਿਆ ਜਾਵੇ। ਕਿਸੇ ਇੱਕ ਤੱਤ ਦੇ ਵਧਣ ਨਾਲ ਕਾਵਿ ਰੂਪੀ ਸੁੰਦਰੀ ਦੀ ਸੁੰਦਰਤਾ ਦਾ ਵਿਨਾਸ਼ ਹੋ ਜਾਂਦਾ ਹੈ। ਉਸ ਵਿੱਚ ਰਸ, ਲੈ, ਅਲੰਕਾਰ ਦਾ ਬਰਾਬਰ ਮਿਸ਼ਰਣ ਹੀ ਉਸ ਦੀ ਖੂਬਸੂਰਤੀ ਦੇ ਵਿੱਚ ਵਾਧਾ ਕਰਦਾ ਹੈ। ਜਿਵੇਂ ਇੱਕ ਸਜੀ ਹੋਈ ਸੁੰਦਰੀ ਦੇ ਹਰ ਪੱਖ ਨੂੰ ਦੇਖਿਆ ਜਾਂਦਾ ਹੈ,
ਕਿਉਂਕਿ ਸੁੰਦਰਤਾ ਕਿਸੇ ਇੱਕ ਪੱਖ ਦੇ ਵਿੱਚ ਨਹੀਂ, ਸਮੁੱਚੇ ਰੂਪ ਦੇ ਵਿੱਚ ਹੀ ਸੁੰਦਰ ਬਣ ਸਕਦੀ ਹੈ। ਇਸੇ ਤਰ੍ਹਾਂ ਹੀ ਨਾਟਕ ਵਿੱਚ ਔਚਿਤਯ ਨੂੰ ਵਿਸ਼ੇਸ਼ ਸਥਾਨ ਹੈ, ਕਿਉਂਕਿ ਅਭਿਨੈ ਪਹਿਰਾਵਾ ਪਾਠ ਦੀ ਪਰਸਪਰ ਅਨੁਰੂਪਤਾ ਨਾਲ ਹੀ ਨਾਟਕ ਦਾ ਸਹੀ ਪ੍ਰਭਾਵ ਪੈਦਾ ਕੀਤਾ ਜਾ ਸਕਦਾ ਹੈ। ਇਸ ਲਈ ਰਚਨਾ ਦੀ ਮਹਾਨਤਾ ਲਈ ਉਸ ਵਿੱਚ ਪੇਸ਼ ਹੋਣ ਵਾਲੇ ਤੱਤਾਂ ਦੀ ਉਚੇਰੀ ਮਾਤਰਾ ਹੀ ਉਸ ਨੂੰ ਸਹੀ ਸਰੂਪ ਪ੍ਰਦਾਨ ਕਰ ਸਕਦੀ ਹੈ। ਨੈਕਸਟ ਪ੍ਰਸ਼ਨ ਹੈ, ਵਕ੍ਰੋਕਤੀ ਕਿਸ ਨੂੰ ਕਹਿੰਦੇ ਹਨ? ਵਕ੍ਰੋਕਤੀ ਕਿਸ ਨੂੰ ਕਹਿੰਦੇ ਹਨ? ਵਕ੍ਰੋਕਤੀ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, ਵਕਰ ਪਲਸ ਉਕਤੀ। ਵਕਰ ਦਾ ਅਰਥ ਹੈ ਟੇਢੀ, ਉਕਤੀ ਦਾ ਅਰਥ ਹੈ ਕਥਨ, ਭਾਵ ਟੇਢੇ ਅੰਗ ਨਾਲ ਕੀਤੇ ਅਰਥ ਨੂੰ ਵਕ੍ਰੋਕਤੀ ਕਿਹਾ ਜਾਂਦਾ ਹੈ। ਸਾਹਿਤ ਵਿੱਚ ਜਿਸ ਤਰ੍ਹਾਂ ਸ਼ਬਦ ਸ਼ਕਤੀਆਂ ਤੋਂ ਵੀ ਸਪਸ਼ਟ ਹੈ ਕਿ ਅਰਥ ਸਧਾਰਨ ਪੱਧਰ ਤੋਂ ਅੱਗੇ ਚਲੇ ਜਾਂਦੇ ਹਨ, ਉਸ ਦੇ ਸਰਲ ਅਰਥੀ ਸੰਦੇਸ਼ ਪਿੱਛੇ ਰਹਿ ਜਾਂਦੇ ਹਨ, ਅਤੇ ਜਦੋਂ ਕਥਨ ਅਜਿਹੇ ਲਹਿਜੇ ਵਿੱਚ ਪੇਸ਼ ਕੀਤੇ ਜਾਣ, ਉਸ ਵਿੱਚੋਂ ਵਿਅੰਗ ਛੁੱਟੇ, ਤਾਂ ਉੱਥੇ ਵਕ੍ਰੋਕਤੀ ਕਾਰਜਸ਼ੀਲ ਹੁੰਦੀ ਹੈ। ਪ੍ਰਸਿੱਧ ਵਿਦਵਾਨ ਕੁੰਤਕ ਨੇ ਆਪਣੀ ਗ੍ਰੰਥ ਵਕ੍ਰੋਕਤੀ ਜੀਵਿਤਮ ਜੱਜੇ ਨੂੰ ਬਿਹਾਰੀ ਵਾਵੀ ਨੂੰ ਸਿਹਾਰੀ ਤਮ ਜੀਵਿਤਮ ਨੂੰ ਪੇਸ਼ ਕਰਦੇ ਹੋਏ ਭਾਰਤੀ ਆਲੋਚਨਾ ਵਿੱਚ ਇਸ ਸਿਧਾਂਤ ਤੇ ਚਰਚਾ ਕੀਤੀ ਹੈ। ਬਾਣ ਭੱਟ ਨੇ ਆਪਣੇ ਗ੍ਰੰਥ ਕਾਦੰਬਰੀ ਦੇ ਵਿੱਚ ਵਕ੍ਰੋਕਤੀ ਨੂੰ ਪਰਿਭਾਸ਼ਿਤ ਕਰਦੇ ਹੋਏ ਲਿਖਿਆ ਹੈ ਕਿ ਵਕ੍ਰੋਕਤੀ ਵਚਨ ਵਿਲਾਸੀ, ਕਥਾਕਾਰ, ਸਾਹਿਤਕਾਰ ਆਦਮੀ ਦਾ ਵਿਅੰਗ ਭਰਪੂਰ ਵਚਨ ਹੁੰਦਾ ਹੈ। ਇੱਕ ਹੋਰ ਸੰਸਕ੍ਰਿਤ ਵਿਦਵਾਨ ਭਾਮਹ ਨੇ ਆਪਣੇ ਗ੍ਰੰਥ ਕਾਵਿਆਲੰਕਾਰ ਦੇ ਵਿੱਚ ਕਿਹਾ ਹੈ ਕਿ ਕਵੀ ਨੂੰ ਚਾਹੀਦਾ ਹੈ ਕਿ ਉਹ ਵਕ੍ਰੋਕਤੀ ਦੀ ਸਿਰਜਣਾ ਕਰੇ। ਵਕ੍ਰੋਕਤੀ ਦੇ ਮੂਲ ਸਿਧਾਂਤ ਨੂੰ ਕੁੰਤਕ ਨੇ ਇਸ ਪ੍ਰਕਾਰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਕ੍ਰੋਕਤੀ ਵਿਸ਼ੇਸ਼ ਸ਼ੈਲੀ ਦਾ ਨਾਂ ਹੈ। ਨੈਕਸਟ, ਵਕ੍ਰੋਕਤੀ ਦਾ ਜਨਮ ਰਚਨਾ ਵਿੱਚ ਕਵੀ ਸਾਹਿਤਕਾਰ ਦੀ ਪ੍ਰਤਿਭਾ ਦੇ ਅਨੁਸਾਰ ਹੁੰਦਾ ਹੈ। ਵਕ੍ਰੋਕਤੀ ਪਾਠਕ ਸਰੋਤੇ ਨੂੰ ਪ੍ਰਭਾਵਿਤ ਅਤੇ ਆਨੰਦਿਤ ਕਰਦੀ ਹੈ। ਵਕ੍ਰੋਕਤੀ ਰਚਨਾਕਾਰ ਦੀ ਅਰਥ ਭਰਪੂਰ ਸ਼ੈਲੀ ਨੂੰ ਬਹੁ ਅਰਬੀ ਰੂਪ ਦੇ ਵਿੱਚ ਪਾਠਕ ਦਰਸ਼ਕ ਕੋਲ ਲੈ ਕੇ ਜਾਂਦੀ ਹੈ। ਕਿਸੇ ਰਚਨਾ ਵਿੱਚ ਵਕਰਤਾ ਨੂੰ ਰਚਨਾਕਾਰ ਸ਼ਬਦਾਂ ਰਾਹੀਂ, ਅਰਥਾਂ ਰਾਹੀਂ, ਸ਼ਬਦਾਂ ਅਤੇ ਅਰਥਾਂ ਦੋਹਾਂ ਰਾਹੀਂ, ਵਾਕਾਂ ਰਾਹੀਂ ਜਾਂ ਰਚਨਾ ਦੇ ਰਾਹੀਂ ਪ੍ਰਗਟਾ ਅਤੇ ਪ੍ਰਬੰਧ ਰਾਹੀਂ ਪੈਦਾ ਕਰਦਾ ਹੈ, ਜਿਸ ਤਰ੍ਹਾਂ ਕਵੀ ਦੁਆਰਾ ਕਹੀ ਕਵਿਤਾ ਦਾ ਨਮੂਨਾ ਪੇਸ਼ ਹੈ। ਟੁਕੜੇ ਸ਼ੀਸ਼ੇ ਦੇ ਰੱਖ ਦੀਵਾਰ ਉੱਤੇ ਗੈਰਾਂ ਵਾਸਤੇ ਰੋਕ ਬਣਾਈ ਹੋਈ ਏ, ਜਾਂ ਇਹ ਟੁੱਟੇ ਦਿਲਾਂ ਦੇ ਟੁਕੜੇ ਜ਼ਾਲਮ ਕਿਸੇ ਦੀਵਾਰ ਸਜਾਈ ਹੋਈ ਹੈ। ਨੈਕਸਟ ਪ੍ਰਸ਼ਨ, ਸਧਾਰਨੀਕਰਨ ਦਾ ਸਾਹਿਤ ਦੇ ਵਿੱਚ ਕੀ ਮਹੱਤਵ ਹੈ? ਸਧਾਰਨੀਕਰਨ ਦਾ ਅਰਥ ਹੈ ਕਿ ਕਿਸੇ ਵਰਤਾਰੇ ਨੂੰ ਪਹਿਚਾਨ ਲੈਣਾ, ਸਮਝ ਸਕਣ ਲਈ ਆਪਣੇ ਆਪ ਨੂੰ ਸਧਾਰਨ ਬਣਾ ਲੈਣਾ। ਕਿਉਂਕਿ ਜੇਕਰ ਕੋਈ ਵਿਅਕਤੀ ਕਿਸੇ ਦ੍ਰਿਸ਼ ਨੂੰ ਦੇਖਣ ਸਮੇਂ, ਰਚਨਾ ਨੂੰ ਪੜ੍ਹਨ ਸਮੇਂ, ਕਵਿਤਾ ਨੂੰ ਸੁਣਨ ਸਮੇਂ ਆਪਣੇ ਮਨ ਦੀ ਅਵਸਥਾ ਸਧਾਰਨ ਪੱਧਰ ਤੇ ਲੈ ਕੇ ਨਹੀਂ ਆਉਂਦਾ, ਤਾਂ ਉਹ ਉਸ ਦਾ ਆਨੰਦ ਮਾਣ ਸਕਣ ਤੋਂ ਅਸਮਰੱਥ ਰਹਿੰਦਾ ਹੈ। ਸਧਾਰਨੀਕਰਨ ਦੀ ਪ੍ਰਕਿਰਿਆ ਪਾਠਕ ਜਾਂ ਸਰੋਤੇ ਨੂੰ ਰਚਨਾ ਨਾਲ ਆਪਾ ਮੇਚਣ ਦੀ ਪ੍ਰਕਿਰਿਆ ਹੈ। ਸਧਾਰਨੀਕਰਨ ਦੀ ਪ੍ਰਕਿਰਿਆ ਪਾਠਕ ਜਾਂ ਸਰੋਤੇ ਨੂੰ ਰਚਨਾ ਦੇ ਨਾਲ ਆਪਾ ਮੇਚਣ ਦੀ ਪ੍ਰਕਿਰਿਆ ਹੈ, ਜਿਸ ਵਿੱਚ ਰਚਨਾ ਤੇ ਸਰੋਤਾ ਅਭੇਦ ਹੋ ਜਾਂਦੇ ਹਨ, ਦਵੈਤ ਮੁੱਕ ਜਾਂਦੀ ਹੈ। ਹਰ ਰਚਨਾ ਰਸਿਕ ਵਿਅਕਤੀ ਦੇ ਮਨ ਵਿੱਚ ਕੁਝ ਹਲਚਲ ਪੈਦਾ ਕਰਦੀ ਹੈ, ਜਿਸ ਰਾਹੀਂ ਵਿਅਕਤੀ ਆਨੰਦ ਦੀ ਪ੍ਰਾਪਤੀ ਕਰਦਾ ਹੈ। ਆਨੰਦ ਕਿਸੇ ਵਿਅਕਤੀ ਨੂੰ ਹਵਾ ਵਿੱਚੋਂ ਪ੍ਰਾਪਤ ਨਹੀਂ ਹੁੰਦਾ, ਇਹ ਆਨੰਦ ਪ੍ਰਾਪਤ ਕਰਨ ਵਾਲੇ ਵਿਅਕਤੀ ਦੀ ਮਨੋਦਸ਼ਾ ਹੀ ਹੁੰਦੀ ਹੈ। ਇਸ ਨੂੰ ਸਧਾਰਨੀਕਰਨ ਦਾ ਮੂਲ ਸਵੀਕਾਰ ਕੀਤਾ ਜਾਂਦਾ ਹੈ। ਸਧਾਰਨੀਕਰਨ ਕਿਸ ਦਾ ਹੁੰਦਾ ਹੈ? ਰਚਨਾ ਦਾ ਹੁੰਦਾ ਹੈ। ਰਚਨਾਕਾਰ ਜਾਂ ਰਚਨਾ ਨੂੰ ਦੇਖਣ ਸੁਣਨ ਵਾਲੇ ਵਿਅਕਤੀ ਦਾ ਹੁੰਦਾ ਹੈ। ਇਸ ਪ੍ਰਤੀ ਭੱਟ ਨਾਇਕ ਦੀ ਧਾਰਨਾ ਹੈ ਕਿ ਸਧਾਰਨੀਕਰਨ ਨਾ ਤਾਂ ਨਾਟਕ ਵਿੱਚ ਕੰਮ ਕਰਨ ਵਾਲੇ ਐਕਟਰਾਂ ਦਾ ਹੁੰਦਾ ਹੈ, ਨਾ ਹੀ ਉਹਨਾਂ ਦੁਆਰਾ ਨਿਭਾਏ ਜਾਣ ਵਾਲੇ ਕਿਰਦਾਰ ਦਾ ਹੁੰਦਾ ਹੈ।
ਅਤੇ ਨਾ ਹੀ ਸਰੋਤੇ ਦਰਸ਼ਕ ਦਾ ਹੁੰਦਾ ਹੈ। ਸਧਾਰਨੀਕਰਨ ਇੱਕ ਵਿਅਕਤੀ ਦੀ ਅਜਿਹੀ ਮਾਨਸਿਕ ਪ੍ਰਕਿਰਿਆ ਹੈ ਜਿਸ ਵਿੱਚ ਸਥਾਈ ਭਾਵ ਜਾਗਣ ਤੋਂ ਬਾਅਦ ਵਿਅਕਤੀ ਆਨੰਦਿਤ ਹੋ ਜਾਂਦਾ ਹੈ। ਦੂਸਰੇ ਵਿਦਵਾਨ ਅਭਿਨਵ ਗੁਪਤ ਦਾ ਕਹਿਣਾ ਹੈ ਕਿ ਸਧਾਰਨੀਕਰਨ ਵਿਅਕਤੀ ਦੇ ਮਨ ਵਿਚਲੇ ਭਾਵਾਂ ਦਾ ਹੁੰਦਾ ਹੈ। ਉਹ ਆਪਣੇ ਅੰਦਰ ਪਏ ਸੰਸਕਾਰਾਂ ਦਾ ਹੀ ਸਵਾਦ ਮਾਣਦਾ ਹੈ। ਸਮੁੱਚੇ ਰੂਪ ਵਿੱਚ ਸਧਾਰਨੀਕਰਨ ਮਨੁੱਖ ਦੀ ਸਰੋਤੇ ਦੀ ਚਿੱਤ ਨਾਲ ਸੰਬੰਧ ਰੱਖਣ ਵਾਲੀ ਪ੍ਰਕਿਰਿਆ ਹੈ, ਜਿਸ ਦੇ ਉਪਜਣ ਨਾਲ ਸਾਰਾ ਕੁਝ ਸਾਂਝਾ ਹੋ ਜਾਂਦਾ ਹੈ। ਨੈਕਸਟ ਪ੍ਰਸ਼ਨ ਹੈ, ਰਸ ਦਾ ਸਾਹਿਤ ਦੇ ਵਿੱਚ ਕੀ ਸਥਾਨ ਹੈ? ਭਾਰਤੀ ਆਲੋਚਨਾ ਵਿੱਚ ਰਸ ਸਿਧਾਂਤ ਨੂੰ ਪ੍ਰਮੁੱਖ ਸਥਾਨ ਹਾਸਲ ਹੈ। ਇਸ ਸਿਧਾਂਤ ਨੂੰ ਸਾਹਿਤ ਦੀ ਆਤਮਾ ਵੀ ਕਿਹਾ ਜਾਂਦਾ ਹੈ। ਰਸ ਨੂੰ ਸਧਾਰਨ ਅਰਥਾਂ ਦੇ ਵਿੱਚ ਕਿਸੇ ਪੀਣਯੋਗ ਤਰਲ ਪਦਾਰਥ ਨੂੰ ਕਿਹਾ ਜਾਂਦਾ ਹੈ, ਪਰੰਤੂ ਸਾਹਿਤ ਦੇ ਵਿੱਚ ਰਸ ਨੂੰ ਰਚਨਾ, ਅਵਲੀਕ, ਕਵਿਤਾ ਤੋਂ ਪ੍ਰਾਪਤ ਹੋਏ ਆਨੰਦ ਦੇ ਅਰਥਾਂ ਦੇ ਵਿੱਚ ਸਵੀਕਾਰ ਕੀਤਾ ਜਾਂਦਾ ਹੈ। ਭਾਰਤੀ ਮੁਨੀ ਨੇ ਰਸ ਸਿਧਾਂਤ ਨੂੰ ਪਰਿਭਾਸ਼ਿਤ ਕੀਤਾ ਹੈ। ਭਰਤ ਮੁਨੀ ਅਨੁਸਾਰ ਰਸ ਤੋਂ ਬਿਨਾਂ ਕੋਈ ਅਰਥ ਨਹੀਂ ਵਰਤਿਆ ਜਾਂਦਾ। ਵਿਦਵਾਨ ਵਿਆਸ ਦੇ ਅਨੁਸਾਰ ਸਾਹਿਤ ਵਿੱਚ ਉਕਤੀ ਦੇ ਪ੍ਰਧਾਨ ਹੁੰਦਿਆਂ ਵੀ ਰਸ ਹੀ ਕਾਵਿ ਦੀ ਆਤਮਾ ਹੈ। ਵਿਸ਼ਵਨਾਥ ਨੇ ਇੱਥੋਂ ਤੱਕ ਕਿਹਾ ਹੈ ਕਿ ਰਹੱਸਮਈ ਵਾਕ ਹੀ ਕਾਵਿ ਸਾਹਿਤ ਹਨ। ਇਸ ਲਈ ਰਸ ਸਾਹਿਤ ਦੇ ਅਰਥ ਸੰਚਾਰਿਤ ਕਰਨ ਵਾਲੀ ਮਹੱਤਵਪੂਰਨ ਇਕਾਈ ਸਵੀਕਾਰ ਕੀਤਾ ਜਾਂਦਾ ਹੈ। ਰਸ ਦਾ ਭਾਵ ਹੈ ਕਿ ਸਾਹਿਤ ਵਿੱਚ ਪੇਸ਼ ਹੋਏ ਉਹਨਾਂ ਬੁਨਿਆਦੀ ਵਰਤਾਰਿਆਂ ਤੋਂ ਜਿਸ ਰਾਹੀਂ ਕੋਈ ਵਿਅਕਤੀ ਸਾਹਿਤ ਵਿੱਚ ਪੇਸ਼ ਹੋਈ ਖੁਸ਼ੀ, ਗਮੀ, ਦੁੱਖ, ਦਰਦ ਅਤੇ ਦਇਆ, ਤਰਸ ਆਦਿ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰ ਸਕਦਾ ਹੈ ਅਤੇ ਸਮਝ ਸਕਦਾ ਹੈ। ਭਾਰਤੀ ਵਿਦਵਾਨ ਨੇ ਰਸ ਨੂੰ 9 ਪ੍ਰਮੁੱਖ ਹਿੱਸਿਆਂ ਦੇ ਵਿੱਚ ਵੰਡ ਕੇ ਪੇਸ਼ ਕੀਤਾ ਹੈ। ਪਹਿਲਾ ਹੈ ਸ਼ਿੰਗਾਰ ਰਸ। ਸ਼ਿੰਗਾਰ ਰਸ ਦਾ ਬੁਨਿਆਦੀ ਆਧਾਰ ਪ੍ਰੇਮ ਹੈ। ਜਿਸ ਸਾਹਿਤ ਵਿੱਚ ਪ੍ਰੇਮ ਦੀਆਂ ਭਾਵਨਾਵਾਂ ਨੂੰ ਅਤੀ ਤੀਬਰ ਰੂਪ ਨਾਲ ਪੇਸ਼ ਕੀਤਾ ਗਿਆ ਹੋਵੇ, ਉਹ ਸਾਹਿਤ ਰਤੀ ਜਾਂ ਸਨੇਹ ਨੂੰ ਪੈਦਾ ਕਰੇ। ਅਜਿਹੀ ਰਚਨਾ ਨੂੰ ਸ਼ਿੰਗਾਰ ਰਸ ਵਾਲੀ ਰਚਨਾ ਕਿਹਾ ਜਾਂਦਾ ਹੈ। ਸਾਰੇ ਵਿਦਵਾਨਾਂ ਨੇ ਸ਼ਿੰਗਾਰ ਰਸ ਨੂੰ ਰਸ ਰਾਜ ਵੀ ਕਿਹਾ ਹੈ, ਕਿਉਂਕਿ ਇਸ ਨੂੰ ਸਾਰੇ ਰਸਾਂ ਦੇ ਮੁਕਾਬਲਤਨ ਉੱਤਮ ਸਥਾਨ ਅਤੇ ਉੱਚਾ ਸਥਾਨ ਪ੍ਰਾਪਤ ਹੈ। ਵਿਦਵਾਨ ਭੋਜਰਾਜ ਨੇ ਮੰਨਿਆ ਹੈ ਕਿ ਜੇਕਰ ਕਵੀ ਸ਼ਿੰਗਾਰੀ ਹੋਵੇਗਾ ਤਾਂ ਸਾਰਾ ਜਹਾਨ ਰਸਮਈ ਹੋਵੇਗਾ, ਪਰ ਜੇਕਰ ਅਸ਼ਿੰਗਾਰੀ ਹੋਵੇਗਾ ਤਾਂ ਸਭ ਕੁਝ ਨੀਰਸ ਹੋ ਜਾਵੇਗਾ। ਅੰਗਰੇਜ਼ੀ ਸਾਹਿਤ ਵਿੱਚ ਇਸ ਦੇ ਨਾਲ ਮਿਲਦੇ ਅਰਥਾਂ ਵਿੱਚ ਉਕਤੀ ਇਸ ਤਰ੍ਹਾਂ ਪੇਸ਼ ਕੀਤੀ ਜਾਂਦੀ ਹੈ, ਲਵ ਇਜ਼ ਗੋਡ ਐਂਡ ਗੋਡ ਇਜ਼ ਲਵ। ਪੰਜਾਬੀ ਲੋਕ ਸਾਹਿਤ ਦੇ ਵਿੱਚ ਸ਼ਿੰਗਾਰ ਰਸ ਦੇ ਅਨੇਕ ਉੱਤਮ ਨਮੂਨੇ ਉਪਲਬਧ ਹਨ। ਤੇਰੇ ਦੁੱਧ ਦੇ ਗਿਲਾਸ ਵਿੱਚ ਮੱਖਣਾ, ਘੁਲ ਜਾਵਾਂ ਖੰਡ ਬਣ ਕੇ। ਨੈਕਸਟ ਵੀਰ ਰਸ। ਵੀਰ ਰਸ ਦਾ ਬੁਨਿਆਦੀ ਆਧਾਰ ਵੀਰਤਾ ਜਾਂ ਉਤਸ਼ਾਹ ਨਾਲ ਜੁੜਿਆ ਹੋਇਆ ਹੈ। ਜੇ ਕਾਵਿ ਸਾਹਿਤ ਨੂੰ ਸੁਣ ਕੇ, ਪੜ੍ਹ ਕੇ ਪਾਠਕ ਉਤਸ਼ਾਹਿਤ ਹੋਵੇ ਤਾਂ ਉਸ ਕਿਸਮ ਦੇ ਸਾਹਿਤ ਨੂੰ ਵੀਰ ਰਸੀ ਸਾਹਿਤ ਕਿਹਾ ਜਾਂਦਾ ਹੈ। ਵੀਰ ਰਸ ਨੂੰ ਯੁੱਧ, ਦਾਨ, ਧਰਮ ਆਦਿ ਨਾਲ ਸੰਬੰਧਿਤ ਭਾਵਾਂ ਦੀ ਪੇਸ਼ਕਾਰੀ ਲਈ ਵਰਤਿਆ ਜਾਂਦਾ ਹੈ। ਇਸ ਨੂੰ ਪ੍ਰਮੁੱਖ ਰੂਪ ਵਿੱਚ 4 ਹਿੱਸਿਆਂ ਦੇ ਵਿੱਚ ਅਸੀਂ ਵੰਡ ਸਕਦੇ ਹਾਂ। ਊੜਾ ਯੁੱਧ ਵੀਰ, ਆੜਾ ਧਰਮਵੀਰ, ਈੜੀ ਦਾਨਵੀਰ ਤੇ ਸੱਸਾ ਦਇਆਵੀਰ। ਪੰਜਾਬੀ ਸਾਹਿਤ ਵਿੱਚ ਚੰਡੀ ਦੀ ਵਾਰ ਜਾਂ ਜੰਗਨਾਮਾ, ਸਿੰਘ ਫਰੰਗੀਆਂ ਇਸ ਦੇ ਉੱਤਮ ਨਮੂਨੇ ਹਨ। ਉਦਾਹਰਨ ਦੇਖੋ, ਸ਼ਾਹ ਮੁਹੰਮਦ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਨੈਕਸਟ ਆਪਣਾ ਰਸ ਦਾ ਜੋ ਪ੍ਰਕਾਰ ਹੈ ਉਹ ਹੈ ਰੌਦਰ ਰਸ। ਜਿਸ ਸਮੇਂ ਸਾਹਿਤ ਕਾਵਿ ਵਿੱਚ ਕੁਝ ਅਜਿਹਾ ਪੇਸ਼ ਕੀਤਾ ਜਾਵੇ ਜਿਸ ਨਾਲ ਕਿਸੇ ਕੌਮ, ਧਰਮ, ਵਿਅਕਤੀ ਦੀ ਸ਼ਾਨ ਦਾ ਅਪਮਾਨ ਹੋਵੇ, ਉਸ ਸਮੇਂ ਪੈਦਾ ਹੋਏ ਰਸ ਨੂੰ ਰੌਦਰ ਰਸ ਆਖਿਆ ਜਾਂਦਾ ਹੈ। ਇਸ ਵਿੱਚ ਵਿਰੋਧੀਆਂ ਨਾਲ ਛੇੜਖਾਨੀ, ਬੇਇੱਜ਼ਤੀ, ਅਪਮਾਨ, ਨਿੰਦਾ ਰਾਹੀਂ ਦੂਸਰੇ ਵਿਅਕਤੀ ਨੂੰ ਆਪਣਾ ਧਰਮ ਪਾਲਣ ਲਈ ਉਤੇਜਿਤ ਕੀਤਾ ਜਾਂਦਾ ਹੈ। ਜਿਵੇਂ ਹੀਰ ਵਾਰਿਸ ਵਿੱਚ ਪੇਸ਼ ਪੰਕਤੀਆਂ ਇਸ ਪ੍ਰਕਾਰ ਦੇ ਰਸ ਨੂੰ ਸਪਸ਼ਟ ਕਰਦੀਆਂ ਹਨ। ਛੇੜ ਖੁੰਦਰਾ ਭੇੜ ਮਚਾਉਣਾ ਏ, ਸੈਂਕਾਂ ਲਿੰਗ ਤੇਰੇ ਨਾਲ ਸੋਟਿਆਂ ਦੇ, ਅਸੀਂ ਜੱਟੀਆਂ ਮੁਸ਼ਕ ਪਲਟੀਆਂ ਹਾਂ, ਨੱਕ ਪਾੜ ਸੁੱਟੇ ਜਿਨ੍ਹਾਂ ਝੋਟਿਆਂ ਦੇ। ਅੱਗੋਂ ਜੋਗੀ ਦਾ ਉੱਤਰ ਕੀ ਹੈ? ਝਾਟਾ ਮੁੰਨ ਕੇ ਮੀਡੀਆਂ ਖੋਹ ਸੁੱਟੂ, ਗੁੱਤੋਂ ਪਕੜ ਕੇ ਦਿਉ ਵਲਾਵੜਾਣੀ,
ਗੁੱਤੋਂ ਪਕੜ ਕੇ ਦਿਉਂ ਵਲਾਂਬੜਾ ਨੀ, ਹੱਥ ਲੱਗੀ ਤਾਂ ਸਿੱਟੂੰਗਾ ਚੀਰ ਰੰਨੇ, ਕੱਢ ਲਊਂਗਾ ਦਿਲੇ ਦਾ ਕਾਵੜਾ ਨੀ। ਨੈਕਸਟ ਹੈ ਕਰੁਣਾ ਰਸ। ਇਸ ਰਸ ਵਿੱਚ ਗਮੀ, ਦੁੱਖ, ਦਰਦ ਅਤੇ ਸ਼ੋਕ ਨੂੰ ਪੇਸ਼ ਕੀਤਾ ਜਾਂਦਾ ਹੈ। ਇਸ ਵਿੱਚ ਅਜਿਹੇ ਭਾਵਾਂ ਨੂੰ ਪੇਸ਼ ਕੀਤਾ ਜਾਂਦਾ ਹੈ ਜੋ ਮਾਨਵਤਾ ਵਿਰੋਧੀ ਘੱਲੂਘਾਰਿਆਂ ਦੇ ਵਿਰਲਾਪ ਕਾਰਨ ਮਨੁੱਖ ਦੇ ਮਨ ਵਿੱਚ ਕਰੁਣਾ ਅਥਵਾ ਗਮ ਦੇ ਭਾਵ ਨੂੰ ਪੈਦਾ ਕਰਦੇ ਹਨ। ਹੀਰੋਸ਼ੀਮਾ ਤੇ ਨਾਗਾਸਾਕੀ ਦੇ ਸੁੱਟੇ ਬੰਬਾਂ ਦੇ ਕਾਰਨ ਹੋਈ ਤਬਾਹੀ ਨੂੰ ਪੇਸ਼ ਕਰਨ ਵਾਲਾ ਸਾਹਿਤ 1947 ਵਿੱਚ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਉਪਜਿਆ ਹੋਇਆ ਸਾਹਿਤ ਇਸ ਚੋਟੀ ਵਿੱਚ ਰੱਖੇ ਜਾ ਸਕਦੇ ਹਨ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਅੱਜ ਆਖਾਂ ਵਾਲੇ ਸ਼ਾਹ ਨੂੰ ਇਸ ਦਾ ਉੱਤਮ ਨਮੂਨਾ ਹੈ। ਪੰਜਾਬੀ ਦਾ ਬਹੁਤ ਸਾਰਾ ਸਾਹਿਤ ਕਰੁਣਾਮਈ ਭਾਵਾਂ ਨੂੰ ਪੇਸ਼ ਕਰਨ ਵਾਲਾ ਹੈ, ਜਿਵੇਂ ਦੁੱਧੀਆਂ ਨਾਲ ਪਲਮ ਦੇ ਬੱਚੇ, ਕੰਮੀ ਰੁੱਝੀਆਂ ਮਾਵਾਂ, ਅੱਖਾਂ ਦੇ ਵਿੱਚ ਛਲਕਣ ਅਥਰੂ, ਹਿੱਕਾਂ ਦੇ ਵਿੱਚ ਆਹਾਂ। ਗਰੀਬ ਮਜ਼ਦੂਰ ਇਸਤਰੀਆਂ ਅਤੇ ਬੱਚਿਆਂ ਦਾ ਚਿੱਤਰ ਪੇਸ਼ ਕਰਨ ਵਾਲੀ ਇਹ ਕਵਿਤਾ ਕਰੁਣਾ ਦੇ ਰਸ ਦੇ ਭਾਵਾਂ ਨੂੰ ਪ੍ਰਗਟ ਕਰਦੀ ਹੈ। ਨੈਕਸਟ ਹੈ ਅਦਭੁਤ ਰਸ। ਜਦੋਂ ਸਾਹਿਤ ਦਾ ਕਾਵਿ ਪਾਠਕ ਜਾਂ ਸਰੋਤੇ ਦੇ ਮਨ ਵਿੱਚ ਕਿਸੇ ਅਜਿਹੀ ਘਟਨਾ ਦਾ ਬਿੰਬ ਪੇਸ਼ ਕਰੇ ਜਿਹੜਾ ਉਸ ਨੂੰ ਅਚੰਭਿਤ, ਭੈਭੀਤ ਕਰ ਦੇਵੇ ਅਤੇ ਅਚਰਜਤਾ ਦੇ ਭਾਵ ਉਤਪੰਨ ਹੋਣ, ਉਸ ਸਮੇਂ ਅਦਭੁਤ ਰਸ ਪੈਦਾ ਹੁੰਦਾ ਹੈ। ਜਿਵੇਂ ਚੰਡੀ ਦੀ ਵਾਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਦੈਤਾਂ ਦੇ ਆਕਾਰ ਅਤੇ ਸਰੂਪ ਦੀ ਪੇਸ਼ਕਾਰੀ ਕਰਦੇ ਸਮੇਂ ਜੋ ਵਰਣਨ ਦਿੰਦੇ ਹਨ, ਉਸ ਰਾਹੀਂ ਅਦਭੁਤ ਰਸ ਉਪਜਦਾ ਹੈ। ਨੈਕਸਟ ਹੈ ਵੀਭਤਸ ਰਸ। ਇਹ ਰਸ ਉਸ ਸਮੇਂ ਉਪਜਦਾ ਹੈ ਜਦੋਂ ਕਿਸੇ ਵਿਅਕਤੀ ਦੇ ਮਨ ਦੇ ਵਿੱਚ ਘਿਰਨਾ ਵਾਲੇ ਭਾਵ ਪੈਦਾ ਹੋਣ, ਜਿਸ ਨੂੰ ਪੜ੍ਹ ਸੁਣ ਕੇ ਮਨ ਵਿੱਚ ਗਿਲਾਨੀ ਉਪਜੇ। ਅਜਿਹੇ ਵਰਣਨ ਨੂੰ ਵੀਭਤਸ ਰਸ ਕਿਹਾ ਜਾਂਦਾ ਹੈ। ਅੰਮ੍ਰਿਤਾ ਪ੍ਰੀਤਮ ਦੀ ਰਚਨਾ ਇਸ ਦੀ ਪੇਸ਼ਕਾਰੀ ਇਸ ਤਰ੍ਹਾਂ ਕਰਦੀ ਹੈ। ਕੁਝ ਵੱਡੇ, ਕੁਝ ਛੋਟੇ, ਕੁਝ ਕਾਲੇ ਮੂੰਹ ਵਾਲੇ, ਕੁਝ ਚਿੱਟੇ ਮੂੰਹ ਵਾਲੇ, ਲਹੂ ਲਹੂ ਪੀਂਦੇ, ਮਾਸ ਨੂੰ ਧਰਦੇ, ਮਿੱਟੀ ਨੂੰ ਖਾਂਦੇ, ਮਿੱਟੀ 'ਚੋਂ ਸੂੰਦੇ। ਨੈਕਸਟ ਭਿਆਨਕ ਰਸ। ਜਦੋਂ ਸਾਹਿਤ ਵਿੱਚ ਕਿਸੇ ਵਿਅਕਤੀ ਦੇ ਮਨ ਵਿੱਚ ਡਰ ਵਾਲੇ ਭਾਵ ਜਾਗਰਤ ਹੋਣ ਅਤੇ ਰਚਨਾ ਦਾ ਸਾਹਿਤ ਆਪਣੇ ਪਾਤਰਾਂ ਰਾਹੀਂ ਡਰਾਉਣੇ ਦ੍ਰਿਸ਼ ਪੇਸ਼ ਕਰੇ, ਅਜਿਹੀ ਰਚਨਾ ਨੂੰ ਭਿਆਨਕ ਰਸ ਉਪਜਾਉਣ ਵਾਲੀ ਰਚਨਾ ਕਿਹਾ ਜਾਂਦਾ ਹੈ। ਅਜਿਹੇ ਭਾਵ ਪੰਜਾਬੀ ਕਵਿਤਾ ਦੇ ਵਿੱਚ ਬਹੁਤ ਖੂਬਸੂਰਤੀ ਦੇ ਨਾਲ ਪੇਸ਼ ਕੀਤੇ ਗਏ ਹਨ। ਦੋਹੀਂ ਦਲੀ ਮੁਕਾਬਲਾ, ਰਣ ਸੂਰੇ ਗੜਕਨ, ਚੜ ਤੋਪਾਂ ਗੱਛੀ ਢੁੱਕੀਆਂ, ਲੱਖ ਸੰਗਲ ਖੜਕਨ, ਉਹ ਦਾਰੂ ਖਾਂਦੀਆਂ ਕੋਲੀਆਂ, ਮਨ ਗੋਲੇ ਰੜਕਨ, ਉਹ ਦਾਗ ਪਲੀਦੇ ਛੜਦੀਆਂ, ਵਾਂਗ ਬੱਦਲ ਕੜਕਨ। ਇੱਕ ਵਾਰੀ ਫੇਰ ਪੜ੍ਹ ਕੇ ਦੇਖਦੇ ਹਾਂ। ਦੋਹੀਂ ਦਲੀ ਮੁਕਾਬਲਾ, ਰਣ ਸੂਰੇ ਗੜਕਨ, ਚੜ ਤੋਪਾਂ ਗੱਛੀ ਢੁੱਕੀਆਂ, ਲੱਖ ਸੰਗਲ ਖੜਕਨ, ਉਹ ਦਾਰੂ ਖਾਂਦੀਆਂ ਕੋਲੀਆਂ, ਮਨ ਗੋਲੇ ਰੜਕਨ, ਉਹ ਦਾਗ ਪਲੀਤੇ ਛੜਦੀਆਂ, ਵਾਂਗ ਬੱਦਲ ਕੜਕਨ। ਨੈਕਸਟ ਰਸ ਹੈ ਹਾਰ ਰਸ। ਹਾਰ ਰਸ। ਜਦੋਂ ਕੋਈ ਰਚਨਾ ਆਪਣੇ ਪ੍ਰਭਾਵ ਜਾਂ ਵਿਅੰਗ ਰਾਹੀਂ, ਇਹ ਇੱਥੇ ਥੋੜਾ ਲਿਖਣ 'ਚ ਮਿਸਟੇਕ ਹੈ, ਹਾਸ ਰਸ, ਇਹਨਾਂ ਨੇ ਹਾਰ ਰਸ ਲਿਖਤਾ। ਇਹ ਰਸ ਦਾ ਪ੍ਰਕਾਰ ਹੈ ਹਾਸ ਰਸ। ਜਦੋਂ ਕੋਈ ਰਚਨਾ ਆਪਣੇ ਪ੍ਰਭਾਵ ਜਾਂ ਵਿਅੰਗ ਰਾਹੀਂ ਹਾਸਾ ਪੈਦਾ ਕਰੇ ਤਾਂ ਅਜਿਹੀ ਰਚਨਾ ਨੂੰ ਹਾਸ ਰਸ ਦੇ ਭਾਵ ਪੈਦਾ ਕਰਨ ਵਾਲੀ ਰਚਨਾ ਕਿਹਾ ਜਾਂਦਾ ਹੈ। ਹਾਸ ਰਸ ਨੂੰ 4 ਵੰਨਗੀਆਂ ਦੇ ਵਿੱਚ ਵੰਡ ਕੇ ਪੇਸ਼ ਕੀਤਾ ਜਾਂਦਾ ਹੈ। ਸਧਾਰਨ ਹਾਸਾ, ਹਾਜ਼ਰ ਜਵਾਬੀ, ਵਿਅੰਗ ਅਤੇ ਵਕਰੋਕਤੀ। ਸਾਹਿਤ ਵਿੱਚ ਹਾਸ ਰਸ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਹਾਸ ਰਸ ਨੂੰ ਆਧਾਰ ਬਣਾ ਕੇ ਵੱਡੇ ਵੱਡੇ ਕਵੀ ਦਰਬਾਰ ਵੀ ਆਯੋਜਿਤ ਕੀਤੇ ਜਾਂਦੇ ਹਨ। ਜਿਵੇਂ ਪੰਜਾਬੀ ਵਿੱਚ ਹੀਰ ਦੇ ਕਿੱਸੇ ਨੂੰ ਹਾਸ ਰਸੀ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਲਓ ਆਪਾਂ ਪੜ੍ਹਦੇ ਹਾਂ। ਇਹਦਾ ਐਗਜ਼ਾਮਪਲ ਇੱਕ ਆਪਣੇ ਕੋਲ ਆਇਆ, ਮੈਡਮ ਕੀ ਅੱਖਾਂ ਤੈਨੂੰ ਕਿਵੇਂ ਆਖਾਂ, ਮੈਡਮ ਕੀ ਆਖਾਂ ਤੈਨੂੰ ਕਿਵੇਂ ਆਖਾਂ, ਅੱਜ ਆਖਣ ਦੀ ਪੈ ਗਈ ਲੋੜ ਹੀਰੇ, ਫਸਟ ਏਡ ਦੀ ਥਾਂ ਤੂੰ ਰੇਡ ਕੀਤਾ, ਸਾਡਾ ਹਿੱਲਿਆ ਏ ਜੋੜ ਜੋੜ ਹੀਰੇ, ਜੇ ਤੂੰ ਖੇੜਿਆਂ ਬਾਜ ਨਹੀਂ ਰਹਿ ਸਕਦੀ, ਮੱਝਾਂ ਚਾਰੀਆਂ ਦੇ ਪੈਸੇ ਮੋੜ ਹੀਰੇ,
ਮੇਰਾ ਟੀਏ ਤੇ ਡੀਏ ਦਾ ਕਰ ਲੇਖਾ, ਮੈਂ ਨਾ ਮੰਗਦਾ ਲੱਖ ਕਰੋੜ ਹੀਰੇ। ਨੈਕਸਟ ਰਸ ਦਾ ਪ੍ਰਕਾਰ ਹੈ ਸ਼ਾਂਤ ਰਸ। ਜੇ ਸਾਹਿਤ ਨੂੰ ਪੜ੍ਹ ਸੁਣ ਕੇ ਮਨ ਦੇ ਵਿੱਚ ਸ਼ਾਂਤੀ ਆਵੇ, ਅਜਿਹੇ ਭਾਵ ਪੈਦਾ ਕਰਨ ਵਾਲੀ ਰਚਨਾ ਸ਼ਾਂਤ ਰਸ ਦਰਸਾਉਣ ਵਾਲੀ ਰਚਨਾ ਹੈ। ਸਾਹਿਤ ਨੂੰ ਸ਼ਾਂਤ ਰਸੀ ਸਾਹਿਤ ਕਿਹਾ ਜਾਂਦਾ ਹੈ। ਸਾਰਾ ਅਧਿਆਤਮਵਾਦੀ ਸਾਹਿਤ ਸ਼ਾਂਤ ਰਸ ਦੀ ਉਦਾਹਰਨ ਹੈ, ਸ਼ਾਂਤ ਰਸ ਨੂੰ ਉਪਜਾਉਂਦਾ ਹੈ। ਜਿਵੇਂ ਗੁਰਬਾਣੀ ਦਾ ਇੱਕ ਨਮੂਨਾ ਪੇਸ਼ ਹੈ, ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਇਸ ਪ੍ਰਕਾਰ ਹਰ ਸਿਧਾਂਤ ਦਾ ਰਸ ਦਾ ਸੰਕਲਪ ਮਨੁੱਖੀ ਮਨ ਵਿੱਚ ਪਈਆਂ ਵੱਖ-ਵੱਖ ਭਾਵਨਾਵਾਂ ਸਾਹਿਤ ਵਿੱਚ ਕਿਵੇਂ ਪੇਸ਼ ਹੁੰਦੀਆਂ ਹਨ ਅਤੇ ਪਾਠਕ, ਦਰਸ਼ਕ, ਸਰੋਤੇ ਤੇ ਕੀ ਅਸਰ ਕਰਦੀਆਂ ਹਨ, ਇਸ ਨੂੰ ਪੇਸ਼ ਕਰਨ ਦੇ ਲਈ ਸਿਰਜਿਆ ਗਿਆ ਹੈ। ਨੈਕਸਟ ਹੈ ਆਪਣਾ ਅਲੰਕਾਰ ਤੋਂ ਕੀ ਭਾਵ ਹੈ। ਅਲੰਕਾਰ ਨੂੰ ਸਧਾਰਨ ਅਰਥਾਂ ਵਿੱਚ ਗਹਿਣਾ ਜਾਂ ਭੂਸ਼ਣ ਮੰਨਿਆ ਜਾਂਦਾ ਹੈ। ਜਿਸ ਤਰ੍ਹਾਂ ਸੁੰਦਰ ਇਸਤਰੀ ਦੀ ਖੂਬਸੂਰਤੀ ਵਿੱਚ ਵਾਧਾ ਕਰਨ ਵਾਸਤੇ ਵੱਖ-ਵੱਖ ਗਹਿਣਿਆਂ ਦੀ ਜ਼ਰੂਰਤ ਪੈਂਦੀ ਹੈ, ਇਸੇ ਪ੍ਰਕਾਰ ਹੀ ਸਾਹਿਤ ਅਤੇ ਕਵਿਤਾ ਦੀ ਖੂਬਸੂਰਤੀ ਵਿੱਚ ਵਾਧਾ ਕਰਨ ਵਾਸਤੇ ਅਲੰਕਾਰਾਂ ਦੀ ਜ਼ਰੂਰਤ ਪੈਂਦੀ ਹੈ। ਅਲੰਕਾਰ ਸਾਹਿਤ ਦੇ ਅਰਥ ਸਪਸ਼ਟ ਕਰਨ ਵਿੱਚ, ਪ੍ਰਭਾਵ ਤੀਖਣ ਕਰਨ ਵਿੱਚ ਅਤੇ ਸਾਹਿਤ ਨੂੰ ਰਸਮਈ ਬਣਾਉਣ ਦੇ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਉਂਦੇ ਹਨ। ਸਾਹਿਤ ਵਿੱਚ ਅਲੰਕਾਰ ਤਿੰਨ ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਸ਼ਬਦ ਅਲੰਕਾਰ, ਦੂਜਾ ਅਰਥ ਅਲੰਕਾਰ, ਤੀਜਾ ਸ਼ਬਦਾਰਥ ਅਲੰਕਾਰ। ਜਿਸ ਸਮੇਂ ਸਾਹਿਤ ਵਿੱਚ ਖੂਬਸੂਰਤੀ ਸ਼ਬਦਾਂ ਦੇ ਰਾਹੀਂ ਪੈਦਾ ਕੀਤੀ ਜਾਵੇ ਤਾਂ ਸ਼ਬਦ ਅਲੰਕਾਰ ਬਣਦਾ ਹੈ। ਇੱਕ ਉਦਾਹਰਨ ਦੇਖੋ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰਤੀ ਕਰਤਾਰੀ ਰੇ। ਜਿਸ ਸਮੇਂ ਅਰਥ ਰਾਹੀਂ ਖੂਬਸੂਰਤੀ ਪੈਦਾ ਕੀਤੀ ਗਈ ਹੋਵੇ ਤਾਂ ਅਰਥ ਅਲੰਕਾਰ ਹੁੰਦਾ ਹੈ। ਜਿਵੇਂ ਚਿੱਟੇ ਦੰਦ ਹੱਸਣੋਂ ਨਹੀਂ ਰਹਿੰਦੇ, ਲੋਕੀ ਭੈੜੇ ਸ਼ੱਕ ਕਰਦੇ। ਨੈਕਸਟ, ਕਈ ਵਾਰੀ ਸ਼ਬਦ ਅਤੇ ਅਰਥ ਦੋਹਾਂ ਰਾਹੀਂ ਹੀ ਅਲੰਕਾਰ ਪ੍ਰਭਾਵ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਰੋਣਗੇ ਪੱਥਰ ਤਾਂ ਦੇਖੇਗੀ ਦੁਨੀਆ, ਦੇਖੇਗਾ ਕੌਣ ਜੇ ਰੋਏਗਾ ਪਾਣੀ, ਜਾਂ ਤੇਰੇ ਦੁੱਧ ਦੇ ਗਿਲਾਸ ਵਿੱਚ ਮੱਖਣਾ, ਮੈਂ ਘੁਲ ਜਾਵਾਂ ਖੰਡ ਬਣ ਕੇ। ਇਸ ਪ੍ਰਕਾਰ ਅਲੰਕਾਰ ਕਾਵਿ ਰੂਪੀ ਸੁੰਦਰੀ ਦਾ ਗਹਿਣਾ ਬਣ ਕੇ ਉਸ ਦੀ ਖੂਬਸੂਰਤੀ ਦੇ ਵਿੱਚ ਵਾਧਾ ਕਰਦੇ ਹਨ। ਇਹਦੇ ਚੋਂ ਜੋ ਤੁਹਾਨੂੰ ਪ੍ਰਸ਼ਨਾਂ ਦੇ ਉੱਤਰ ਮਿਲਣਗੇ, ਭਾਰਤੀ ਕਾਵਿ ਸ਼ਾਸਤਰ ਦੇ ਮੁੱਖ ਸਿਧਾਂਤ ਕਿਹੜੇ ਹਨ। ਨੈਕਸਟ, ਸ਼ਬਦ ਸ਼ਕਤੀਆਂ ਤੋਂ ਕੀ ਭਾਵ ਹੈ। ਤੀਜਾ, ਰੂਪਕ ਅਤੇ ਉਪਮਾ ਦੇ ਵਿੱਚ ਕੀ ਅੰਤਰ ਹੈ। ਰਸ ਕਿੰਨੀ ਪ੍ਰਕਾਰ ਦੇ ਹੁੰਦੇ ਹਨ। ਨੈਕਸਟ, ਸਿਧਾਂਤੀਕਰਨ ਦਾ ਸਾਹਿਤ ਦੇ ਵਿੱਚ ਕੀ ਮਹੱਤਵ ਹੈ। ਇਸ ਦੇ ਸੰਬੰਧ ਵਿੱਚ ਵੱਧ ਜਾਣਕਾਰੀ ਵਾਸਤੇ ਤੁਸੀਂ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਦੀ ਕਿਤਾਬ ਪੜ੍ਹ ਸਕਦੇ ਹੋ, ਭਾਰਤੀ ਕਾਵਿ ਸ਼ਾਸਤਰ। ਅੱਜ ਦੇ ਵਾਸਤੇ ਇੰਨਾ ਹੀ। ਇਹ ਸੀ ਆਪਣੀ ਪੰਜਾਬੀ ਇਲੈਕਟਿਵ ਸਮੈਸਟਰ 2 ਦੀ ਕੁਝ ਖਾਸ ਮੈਟਰ। ਓਕੇ।